वाहिगुरु जी का खालसा वाहिगुरु जी की फतेह। मन्ने की गत कही न जाए, मन्ने दी ओ अवस्था, मन्ने दी गत दा बयान नहीं किया जा सकता। पर मन्ने बारे कहा जा सकता है। तो मन्ने ते मन्ने दे अंतर नूं ਇਹ ਜਿਹੜੇ ਪੜਾਅ ਨੇ ਸਾਡੇ, ਇਹ ਸਾਡੇ ਪੜਾਅ ਸ਼ੁਰੂ ਹੋਏ ਸੁਣਿਆ ਤੋਂ, ਤੇ ਸੁਣਿਆ ਤੋਂ ਪਹਿਲਾਂ ਸਾਰਾ ਕੁਝ ਮਾਈਨਸ। ਸੁਣਿਆ ਤੋਂ ਸਾਡਾ ਪਲੱਸ ਵੈਲਿਊ ਸ਼ੁਰੂ ਹੁੰਦੀ ਹੈ। ਤਾਂ ਸੁਣਿਆ ਦਾ ਬਿਆਨ ਹੋ ਸਕਦਾ ਹੈ, ਹੋਇਆ। ਅਸੀਂ ਜੋ ਆਪਣੀ ਸੁਰਤ ਨੂੰ ਗੁਰਬਾਣੀ ਵਿੱਚ ਇਕਾਗਰ ਕੀਤਾ, ਵੀ ਫੋਕਸਡ ਔਨ ਗੁਰਬਾਣੀ, ਉਸ ਦੇ ਨਾਲ ਕੀ ਹੋਇਆ ਕਿ ਸਾਨੂੰ ਸੋਝੀ ਹੋਈ ਕੋਈ ਸਾਡੀ ਸੁਰਤ ਵਿੱਚ ਕੁਝ ਚੀਜ਼ਾਂ ਆਈਆਂ। ਸੁਣਿਆ ਸਿੱਧ ਪੀਰ ਸੁਰਨਾਥ ਸਾਡੀ ਸੋਝੀ ਵਿੱਚ, ਸੁਣਿਆ ਈਸਰ ਬਰਮਾ ਇੰਦ, ਇਹਦੇ ਬਾਰੇ ਪਤਾ ਲੱਗਿਆ, ਸਾਡੀ ਸੋਝੀ ਵਿੱਚ ਇਹ ਚੀਜ਼ਾਂ ਆਈਆਂ। ਸੁਣਿਆ ਸਤ ਸੰਤੋਖ ਗਿਆਨ, ਸੋਝੀ ਸਾਡੀ ਵਿਸ਼ਾਲ ਹੋਣੀ ਸ਼ੁਰੂ ਹੋਈ। ਸੁਣਿਆ ਸਾਰਾ ਗੁਣਾ ਕੇਗਾ, ਇੱਕ ਦੋ ਚਾਰ ਨਹੀਂ, ਸਰੋਵਰ ਭਰ ਲੈ ਗੁਣਾ ਦੇ, ਇੰਨੇ ਬੇਅੰਤ ਗੁਣਾ ਦਾ ਦੀ ਸੋਝੀ ਹੋਣਾ। ਸੁਣਿਆ ਹੁਣ ਸੋਝੀ ਹੋ ਗਈ ਹੈ। ਅਸਲ 'ਚ ਇਹ ਬੜਾ ਮਹੱਤਵਪੂਰਨ ਇੱਕ ਪੜਾਅ ਹੈ। ਅਕਸਰ ਕੀ ਹੁੰਦਾ ਹੈ ਕਿ ਗੁਰਬਾਣੀ ਨੂੰ ਅਸੀਂ ਸਮਝ ਲੈਂਦੇ ਆ, ਪਰ ਅਗਲਾ ਜਿਹੜਾ ਕਦਮ ਹੈ ਉਹ ਹੈ ਮੰਨਣਾ। ਗੁਰੂ ਸਾਹਿਬ ਨੇ ਇਸ ਰਾਹ ਤੇ ਸਾਨੂੰ ਤੋਰਿਆ। ਇਹ ਬੜਾ ਅਹਿਮ ਪੜਾਅ ਹੈ। ਸੋਝੀ ਦਾ ਹੋ ਜਾਣਾ ਇੱਕ ਬੜਾ ਮਹੱਤਵਪੂਰਨ ਪੜਾਅ ਹੈ। ਪਰ ਸੋਝੀ ਉਪਰੰਤ ਉਸ ਨੂੰ ਆਪਣੇ ਜੀਵਨ ਵਿੱਚ ਸਭ ਤੋਂ ਪਹਿਲੇ ਮਨ ਕਰਕੇ ਇਹ ਫੈਸਲਾ ਕਰਨਾ, ਇਹ ਬੜਾ ਅਹਿਮ ਪੜਾਅ ਹੈ। ਇਸ ਪੌੜੀ ਤੇ ਚੜ੍ਹਨ ਵਾਲੇ ਬਹੁਤ ਥੋੜੇ ਰਹਿ ਜਾਂਦੇ ਨੇ। ਪਰ ਜਿਹੜੇ ਚੜ੍ਹਦੇ ਨੇ, ਜਿਹੜੇ ਤਹਈਆ ਕਰ ਲੈਂਦੇ ਨੇ, ਜਿਹੜੇ ਫੈਸਲਾ ਕਰ ਲੈਂਦੇ ਨੇ ਕਿ ਮੈਂ ਹੁਣ ਇਸ ਰਾਹ ਤੇ ਤੁਰਨਾ, ਉਹਨਾਂ ਦੀ ਬਾਤ ਹੈ ਮੰਨਣਾ। ਉਹਨਾਂ ਦੀ ਗਤ ਭਾਵ ਉਹਨਾਂ ਦੀ ਅਧਿਆਤਮਕ ਅਵਸਥਾ ਦਾ ਬਿਆਨ ਕੀਤਾ ਜਾ ਸਕਦਾ ਹੈ, ਤੇ ਗੁਰੂ ਸਾਹਿਬ ਨੇ ਕੀਤਾ। ਮੰਨੇ ਦੀ ਜਿਹੜੇ ਸੁਣਿਆ ਦੀ ਅਵਸਥਾ ਚੋਂ ਨਿਕਲ ਚੁੱਕੇ ਨੇ, ਮੰਨੇ ਦੀ ਹੁਣ ਅਵਸਥਾ, ਮੰਨੇ ਸੁਰਤ ਹੋਵੇ ਮਨ ਬੁੱਧ। ਇਸ ਤੁਕ ਨੂੰ ਸਮਝਣ ਲਈ ਥੋੜਾ ਉਤਰਨਾ ਪੈਂਦਾ ਆਪਣੇ ਅੰਦਰ, ਔਰ ਗੁਰੂ ਦੀ ਬਖਸ਼ਿਸ਼ ਨੂੰ ਵੀ ਲੋਚਣਾ ਪੈਂਦਾ। ਇਸ ਤੁਕ ਦਾ ਭਾਵ ਕੀ ਹੈ? ਮੰਨੇ ਸੁਰਤ ਹੋਵੇ ਮਨ ਬੁੱਧ, ਭਾਵ ਸੁਰਤ ਹੋਵੇ, ਮਨ ਹੋਵੇ, ਬੁੱਧ ਹੋਵੇ। ਮੰਨੇ ਸੁਰਤ ਹੋਵੇ ਮਨ ਬੁੱਧ। ਇਹ ਸੁਰਤ ਕੀ ਹੈ? ਮਨ ਕੀ ਹੈ? बुद्ध की है। सुरत होवे की है, मन होवे की है, और बुद्ध होवे की है। ये बुनियादी फंडामेंटल ਮੰਨੇ ਦੇ ਪੜਾਅ ਤੇ ਅਸੀਂ ਪੜ੍ਹਦੇ ਹਾਂ। ਮੰਨੇ ਸੁਰਤ ਹੋਵੇ, ਪਹਿਲਾ ਸ਼ਬਦ ਸਾਡੇ ਸਾਹਮਣੇ ਆਉਂਦਾ ਹੈ ਸੁਰਤ। ਇਹ ਸੁਰਤ ਕੀ ਹੈ?
सूझ होना, सूझ, बुझना, कुछ समझना, ਬਰੀਕੀ ਨਾਲ ਸਮਝਣਾ, ਸੂਝ, ਉਸ ਨੂੰ ਸਮਝ ਆ ਜਾਣੀ, ਸੂਝ ਹੋ ਜਾਣੀ। ਇੱਕ ਬੇਸਿਕ ਫੰਡਾਮੈਂਟ ਬੁਨਿਆਦੀ ਸੁਰਤ ਤਾਂ ਹਰ ਪ੍ਰਾਣੀ ਵਿੱਚ ਹੈ, ਆਪਣੀ ਹੋਂਦ ਦਾ ਅਹਿਸਾਸ। ਏਕਾ ਸੁਰਤ ਜੇਤੇ ਹੈ ਜੀ, ਸੁਰਤ ਵੀ ਹੋਣਾ ਕੋਈ ਨਾ ਕੀ ਹੈ। ਹਰ ਪ੍ਰਾਣੀ ਵਿੱਚ, ਹਰ ਜੀਵ ਚ ਆਪਣੇ ਆਪ ਦੀ ਸੁਰਤ ਹੈ। ਉਸਨੂੰ ਸੋਝੀ ਹੈ ਕਿ ਮੈਂ ਆ, ਇਹ ਮੇਰੇ ਆਸ-ਪਾਸ ਹੈ, ਉਹਦੀ ਬੁਨਿਆਦੀ ਸੁਰਤ। ਪਰ ਉਸ ਤੋਂ ਬਾਅਦ ਜਿਵੇਂ ਇਸ ਸੋਝੀ ਨੂੰ, ਜਦੋਂ ਅਸੀਂ ਸੁਰਤ ਨੂੰ, ਜਦੋਂ ਸੁਰਤ ਹੋ ਜਾਵੇ ਤਾਂ ਇਸ ਸੁਰਤ ਨੂੰ ਅਸੀਂ ਸ਼ਬਦ ਸੁਰਤ, ਸ਼ਬਦ ਦੀ ਸੋਝੀ ਹੋ ਜਾਏ, ਸੇਵਾ ਸੁਰਤ, ਸੇਵਾ ਦੀ ਸੋਝੀ ਹੋ ਜਾਏ। ਤੇ ਜਦੋਂ ਗੁਰਬਾਣੀ ਚਾਹੁੰਦਾ ਹੈ ਗੁਰ ਸੇਵਾ, ਗੁਰੂ ਦੀ ਮੱਤ ਵਿੱਚ ਆਪਣੀ ਸੁਰਤ ਨੂੰ ਅਸੀਂ ਇਕਾਗਰ ਕਰਦੇ ਹਾਂ, ਫੋਕਸ ਕਰਦੇ ਹਾਂ। ਸੁਰਤ ਸੂਝ, ਜਦੋਂ ਸਾਡੀ ਸੁਰਤ ਗੁਰਬਾਣੀ ਵਿੱਚ ਇਕਾਗਰ ਹੋ ਗਈ, ਸੁਰਤ ਹੋਵੇ, ਮੰਨੈ ਸੁਰਤ ਹੋਵੇ, ਉਸਨੇ ਧਾਰ ਲਿਆ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹੋ ਤਹਈਆ, ਸੁਰਤ ਹੋਵੇ। ਮੈਨੂੰ ਤਾਂ ਏਕੋ ਓਟ, ਏਕੋ ਆਧਾਰ, ਸੁਰਤ ਹੋਵੇ, ਮੰਨੈ ਸੁਰਤ ਹੋਵੇ। ਹੁਣ ਵਾਈਸ ਵਰਸਾ ਇਜ਼ ਟਰੂ। ਤੇ ਜੇ ਸੁਰਤ ਨਾ ਹੋਵੇ ਫਿਰ ਮੰਨੈ ਦੀ ਅਵਸਥਾ ਨਹੀਂ ਹਾਲੇ ਹੈ। ਮੰਨੈ ਤਾਂ ਹੀ ਹੈ ਜੇ ਸੁਰਤ ਹੋਵੇ। ਸਿਰਫ ਇਹ ਜਾਣਨ ਨਾਲ ਮੰਨੈ ਨਹੀਂ ਹੋ ਜਾਏਗਾ ਕਿ ਸੁਰਤ ਹੋਵੇ ਹੁੰਦਾ ਕੀ ਹੈ। ਸੁਰਤ ਹੋਵੇ ਤਾਂ ਹੀ ਮੰਨੈ ਤੇ ਹਾਂ। ਸੁਰਤ ਹੋਵੇ ਤਾਂ ਹੈ ਜੇਕਰ ਸਾਰਾ ਧਿਆਨ, ਸਾਰਾ ਫੋਕਸ ਗੁਰਬਾਣੀ ਦੇ ਵਿੱਚ ਹੈ। ਮੰਨੈ ਸੁਰਤ ਹੋਵੇ। ਅਗਲੀ ਗੱਲ, ਮੰਨੈ ਮਨ ਹੋਵੇ। ਇਹ ਮਨ ਕੀ ਹੈ? ਸਾਡੇ ਵਿਚਾਰਾਂ ਦੀ ਉਹ ਉਡਾਨ, ਜਿਹੜੀ ਕਹਿੰਦੇ ਤਾਂ ਆਪਾਂ ਉਡਾਨ ਆ, ਪਰ ਜਾਂਦੀ ਹਮੇਸ਼ਾ ਨਿਵਾਣ ਨੂੰ ਹੈ। ਜਿਸ ਤਰ੍ਹਾਂ ਪਾਣੀ ਚਲੇ ਨਿਵਾਣ ਨੂੰ, ਜੇ ਇੱਕ ਸੂਤਰ ਜਿੰਨਾ ਵੀ ਜਗ੍ਹਾ ਜਿਹੜੀ ਸਾਨੂੰ ਨਹੀਂ ਦਿਸਦੀ, ਪਾਣੀ ਨੂੰ ਦਿਸ ਜਾਂਦੀ ਹੈ ਕਿ ਮੇਰੇ ਕੋਲ ਇੱਕ ਜਗ੍ਹਾ ਹੋਰ ਨੀਵੇਂ ਹੋਣ ਨੂੰ ਹੈ, ਉਹ ਉਹਦੇ ਵਿੱਚ ਵੀ ਜਾਏਗਾ। ਪਾਣੀ ਚਲੇ ਨਿਵਾਣ ਨੂੰ, ਭਾਈ ਗੁਰਦਾਸ ਜੀ ਦੀ ਵਾਰ, ਫੰਡਾਮੈਂਟਲ ਪਾਣੀ ਦਾ ਸੁਭਾਅ ਬੜਾ ਕੁਝ ਦੱਸਦਾ, ਪਰ ਇਹ ਨਿਵਾਣ ਨੂੰ ਜਾਣਾ, ਇਹ ਮਨ ਦੀ ਫਿਤਰਤ ਹੈ। ਇਹ ਮਨ ਦਾ ਸੁਭਾਵਕ ਉਸਦਾ, ਜੇ ਉਸਨੂੰ ਛੱਡਾਂਗੇ ਤੇ ਮਨ ਲੋਚੈ ਬੁਰਿਆਈਆ। ਮਨ ਨੇ ਕੇਵਲ ਬੁਰਿਆਈ ਲੋਚਣੀ ਹੈ, ਮਨ ਨੂੰ ਬੁਰਿਆਈ ਹੀ ਚਾਹੀਦੀ ਹੈ। ਚੰਗਿਆਈ ਨੂੰ ਹਮੇਸ਼ਾ ਡਰ ਰਹੇਗਾ। ਜੇ ਮਨ ਤੇ ਅੰਕੁਸ਼ ਨਹੀਂ ਹੈ, ਮਨ ਤੇ ਕੁੰਡਾ ਨਹੀਂ ਹੈ, ਚੰਗਿਆਈ ਨੇ ਬੁਰਿਆਈ ਵੱਲ ਤੁਰ ਜਾਣਾ ਹੈ। ਇਹ ਉਸਦਾ ਸਥਾਪਿਤ ਸੁਭਾਅ ਹੈ। ਗੁਰਬਾਣੀ ਦਾ ਰਾਈਟਿੰਗ ਔਨ ਦਾ ਵਾਲ, ਮਨ ਲੋਚੈ ਬੁਰਿਆਈਆ। ਪਰ ਨਾਲ ਹੀ ਇਹ ਵੀ ਹੈ, ਗੁਰ ਸਬਦੀ ਇਹ ਮਨ ਹੋੜੀ ਹੈ। ਹੋੜੀ ਹੈ, ਜਿਵੇਂ ਲਗਾਮਾਂ ਪਾ ਕੇ ਘੋੜੇ ਨੂੰ ਰੋਕ ਲੈਨੇ ਨਾ, ਹੋੜ ਲੈਨੇ ਆ, ਹੋੜ ਲੈਨੇ ਆ। ਮਨ ਨੂੰ ਹੋੜੀ ਹੈ, ਨਹੀਂ ਤਾਂ ਮਨ ਲੋਚੈ ਬੁਰਿਆਈਆ। ਪਰ ਜਦੋਂ ਮੰਨੈ ਮਨ ਹੋਵੇ, ਜਦੋਂ ਮਨ ਕਿਵੇਂ ਹੋਏ ਕਿ ਮਨ ਨੂੰ ਹੋੜ ਲਿਆ ਹੈ,
ਹੁਣ ਵਾਈਸ ਵਰਸਾ ਦੇਖੀਏ, ਮਨ ਨੂੰ ਹੋੜ ਲਿਆ ਹੈ ਤਾਂ ਉਹ ਮੁਬਾਰਕ ਮੰਨੇ ਦੀ ਅਵਸਥਾ ਤੇ ਮੰਨੇ ਦੀ ਗੱਤ ਤੇ ਅਪੜ ਗਏ ਹਨ। ਤੇ ਜੇ ਮਨ ਹਾਲੇ ਹੋੜਿਆ ਨਹੀਂ ਹੈ ਤੇ ਮੰਨੇ ਹਾਲੇ ਦੂਰ ਹੈ। ਜੇ ਇਸ ਬਾਰੇ ਪਤਾ ਹੈ ਤੇ ਸੁਣਿਆ ਤੇ ਅਪੜ ਗਏ ਹਨ, ਜੇ ਪਤਾ ਹੀ ਨਹੀਂ ਹੈ ਤੇ ਮਾਈਨਸ ਜੀ ਹਨ। ਦੁਨੀਆਦਾਰੀ ਦੀਆਂ ਦੁਨਿਆਵੀ ਗੱਲਾਂ ਕਰਨ ਵਾਲੇ ਤੇ ਇਸ ਹੋੜ ਵਿੱਚ ਇੱਕ ਤੋਂ ਅੱਗੇ ਧੱਕੇ ਦੇ ਕੇ ਲੰਘਣ ਵਾਲੇ ਬੜੇ ਮਾਈਨਸ ਨੇ। -1 ਤੋਂ ਸ਼ੁਰੂ ਹੁੰਦੀ ਹੈ, -10 ਵੀ ਹੈ, -100 ਵੀ ਹੈ, -1000 ਵੀ ਹੈ, ਤੇ -10,000 ਵੀ ਹੈ, ਤੇ ਮਾਈਨਸ ਲੱਖਾਂ ਦੀ ਕਰੋੜਾਂ ਦੀ ਬਾਤਾਂ ਨੇ। ਕਿਉਂਕਿ ਖਚਤ ਹੋਣ ਨੂੰ ਕੋਈ ਲਿਮਿਟ ਨਹੀਂ ਹੈ। ਮਨ ਹੋਵੇ ਗੁਰ ਸਭ ਦੀ ਇਹ ਮਨ ਹੋੜੀ ਹੈ। ਮੰਨੈ ਸੁਰਤ ਹੋਵੇ ਮਨ, ਸੁਰਤ ਹੋਵੇ ਮਨ ਹੋਵੇ। ਇਹ ਦੋ ਅਸੀਂ ਸ਼ਬਦਾਂ ਨੂੰ ਸਮਝ ਲਿਆ। ਇਹ ਕੀ ਹੈ, ਇਹ ਕੀ ਗੁਰਬਾਣੀ ਸਾਨੂੰ, ਇਹ ਕਿਹੜਾ ਰਾਹ, ਇਹ ਕਿਹੜਾ ਪੈਂਡਾ, ਇਹ ਕਿਹੜੀ ਅਵਸਥਾ, ਕਿਹੜੀ ਗੱਤ ਦੀ ਗੱਲ ਹੋ ਰਹੀ ਹੈ। ਮੰਨੈ ਸੁਰਤ ਹੋਵੇ ਮਨ ਬੁੱਧ। ਬੁੱਧ, ਇਹ ਬੁੱਧ ਕੀ ਹੈ? ਗੁਰਬਾਣੀ 'ਚ ਇੱਕ ਸ਼ਬਦ ਆਉਂਦਾ ਹੈ ਬਾਲ ਬੁੱਧ, ਬੱਚਿਆਂ ਵਾਲੀ ਬੁੱਧ। ਬੁੱਧ ਦਾ ਭਾਵ ਹੈ ਕਿ ਚੰਗੇ ਮਾੜੇ ਦੀ ਪਰਖ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਵਿਵੇਕ ਬੁੱਧ ਦੀਜੈ ਬੁੱਧ ਵਿਵੇਕਾ। ਵਿਵੇਕ ਦਾ ਭਾਵ ਹੁੰਦਾ ਹੈ ਵਿਵੇਕਸ਼ੀਲ ਔਰ ਤਰਕਸ਼ੀਲ। ਵਿਵੇਕ ਔਰ ਤਰਕ, ਇਹਨਾਂ ਦੋਨਾਂ ਵਿੱਚ ਭਾਰੀ ਅੰਤਰ ਹੈ। ਤਰਕਸ਼ੀਲ ਬੰਦਾ ਜਿਹੜਾ ਹੈ ਉਹ ਹਮੇਸ਼ਾ ਇਹ ਕਹੇਗਾ ਕਿ ਇਸ ਤਰ੍ਹਾਂ ਮੈਂ ਠੀਕ ਹਾਂ, ਇਸ ਤਰ੍ਹਾਂ ਤੂੰ ਗਲਤ ਹੈ, ਕਿ ਮੈਂ ਠੀਕ ਹੀ ਠੀਕ ਹਾਂ ਤੇ ਤੂੰ ਗਲਤ ਹੀ ਗਲਤ ਹੈ। ਵਿਵੇਕਸ਼ੀਲ ਇਹ ਕਹਿੰਦਾ ਹੈ ਕਿ ਆਹ ਗੱਲ ਤੇਰੀ ਠੀਕ ਹੈ, ਆਹ ਗੱਲ ਮੇਰੀ ਗਲਤ ਹੈ, ਆਹ ਗੱਲ ਮੇਰੀ ਠੀਕ ਹੈ, ਆਹ ਗੱਲ ਤੇਰੀ ਗਲਤ ਹੈ। ਉਹ ਚੰਗੇ ਤੇ ਮਾੜੇ ਦਾ ਅੰਤਰ ਕਰਨਾ, ਇਹ ਵਿਵੇਕ ਬੁੱਧ ਹੈ। ਔਰ ਬੁੱਧ ਸਾਨੂੰ ਗੁਣ ਔਗਣ, ਚੰਗਾ ਮਾੜਾ ਦੀ ਪਛਾਣ ਕਰਾਉਂਦਾ ਹੈ। ਬਾਲ ਬੁੱਧ ਚ ਇਹ ਚੀਜ਼ ਨਹੀਂ ਹੁੰਦੀ। ਲਾਲ ਹੋਇਆ ਕੋਈ ਲੋਹਾ ਜੇ ਬੱਚੇ ਦੇ ਸਾਹਮਣੇ ਆਉਂਦਾ ਹੈ ਤੇ ਬੱਚਾ ਉਸ ਨੂੰ ਵੀ ਹੱਥ ਪਾ ਲੈਂਦਾ, ਕਿਉਂਕਿ ਹਰ ਕਦਮ ਤੋਂ ਬੁੱਧ ਨੇ ਸਿੱਖਣਾ ਹੈ। ਹੁਣ ਬੁੱਧ ਹੋਵੇ ਦਾ ਮਤਲਬ ਕੀ ਹੋਇਆ? ਕਿਹੜੇ ਕਿਹੜੇ ਗੁਣ ਤੋਂ ਕਿਹੜਾ ਕਿਹੜਾ ਅਧਿਆਤਮਕ ਲਾਹਾ ਪ੍ਰਾਣੀ ਲੈ ਸਕਦਾ ਹੈ, ਇਸ ਦੀ ਜਾਣਕਾਰੀ ਹੈ ਬੁੱਧ ਹੋਵੇ। ਕਿਹੜੇ ਕਿਹੜੇ ਅਵਗੁਣ ਤੋਂ ਪ੍ਰਾਣੀ ਦਾ ਭਾਰੀ ਅਧਿਆਤਮਕ ਨੁਕਸਾਨ ਹੋ ਸਕਦਾ ਹੈ, ਇਸ ਦੀ ਜਾਣਕਾਰੀ ਹੈ ਬੁੱਧ ਹੋਵੇ। ਤੋ ਇਉਂ ਸਾਨੂੰ ਮੰਨੇ ਦੀ ਗੱਤ ਦੀ ਪਹਿਲੀ ਤੁਕ, ਮੰਨੈ ਸੁਰਤ ਹੋਵੇ ਮਨ ਬੁੱਧ। ਸੁਰਤ ਟਿਕ ਗਈ, ਮਨ ਹੋੜ ਲਿਆ ਤੇ ਬੁੱਧ ਵਿਵੇਕਸ਼ੀਲ ਹੋ ਗਈ। ਮੰਨੈ ਸੁਰਤ ਹੋਵੇ ਮਨ ਬੁੱਧ। ਉਹ ਉਸਦੇ ਸਾਰੇ ਇਸ ਕੁਦਰਤ ਦੀ ਕਾਇਨਾਤ ਦਾ, ਇਸ ਸਾਰੇ ਪਾਸਾਰੇ ਦਾ ਅਹਿਸਾਸ ਹੋ ਜਾਂਦਾ ਹੈ। ਸਗਲ ਭਵਨ ਕੀ ਸੁਧ, ਇਹ ਸਾਰੀ ਸੋਝੀ ਹੋ ਜਾਂਦੀ ਹੈ। ਮੰਨੈ ਮੂੰਹ ਚੋਟਾ ਨਾ ਖਾਏ। ਇਹ ਲੱਛਣ ਹੈ ਮੰਨੇ ਦੀ ਗੱਤ ਦਾ।
ਮੂੰਹ ਚੋਟਾ, ਇਹ ਕਿਹੜੀ ਚੋਟ ਹੈ? ਜਦੋਂ ਅਸੀਂ ਆਪਣੇ ਕਿਰਦਾਰ ਤੋਂ ਗਿਰਦੇ ਹਾਂ, ਸੋਚ ਪੱਧਰ ਤੇ, ਬੋਲ ਪੱਧਰ ਤੇ, ਕਾਰਜ ਪੱਧਰ ਤੇ, ਇਹ ਜਾਣੀਏ ਕਿ ਸਾਡੇ ਮੂੰਹ ਤੇ ਚੋਟ ਲੱਗੀ ਹੈ। ਅਨੇਕਾਂ ਵਾਰੀ ਇਦਾਂ ਹੁੰਦਾ ਹੈ ਕਿ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ, ਪਰ ਉਹ ਪ੍ਰਾਣੀ, ਉਹ ਜੀ, ਉਸਨੇ ਸੋਚ ਪੱਧਰ ਤੇ ਉਸਨੂੰ ਚੋਟ ਲੱਗੀ। ਉਸਨੇ ਕੁਝ ਬੋਲਿਆ, ਕਿਸੇ ਨੇ ਸੁਣਿਆ ਕਿ ਨਹੀਂ ਸੁਣਿਆ, ਸਮਝਿਆ ਕਿ ਨਹੀਂ ਸਮਝਿਆ, ਪਰ ਉਸਦੀ ਆਤਮਾ ਨੇ ਉਸਨੂੰ ਕਿਹਾ ਕਿ ਇਹ ਕੀ ਕਿਹਾ? ਉਸਦੇ ਮੂੰਹ ਤੇ ਚੋਟ ਲੱਗੀ। ਕੁਝ ਇਹੋ ਜਿਹਾ ਕੀਤਾ, ਕਿਸੇ ਨੇ ਦੇਖਿਆ ਕਿ ਨਹੀਂ ਦੇਖਿਆ, ਪਰ ਉਸਦੀ ਆਤਮਾ ਨੇ ਉਸਦੇ ਮੂੰਹ ਤੇ ਚੋਟ ਮਾਰੀ। ਇਹ ਕੀ ਕੀਤਾ? ਪਰ ਜੇ ਮੰਨੇ ਦੀ ਅਵਸਥਾ ਤੇ ਪਹੁੰਚ ਜਾਂਦੇ ਹਾਂ, ਮੰਨੇ ਮੂੰਹ ਚੋਟਾ ਨਾ ਖਾਏ, ਮੰਨੇ ਤੇ ਹੈ, ਉਹ ਸੁਣਿਆ ਲੰਘ ਚੁੱਕਿਆ, ਉਸਦਾ ਮਨ ਹੋਵੇ ਹੈ, ਉਸਦੀ ਸੁਰਤ ਹੋਵੇ ਹੈ, ਉਸਦੀ ਬੁੱਧੀ ਹੋਵੇ ਹੈ, ਫਿਰ ਉਹ ਚੋਟਾ ਨਾ ਖਾਏ। ਇਹ ਹੋ ਹੀ ਨਹੀਂ ਸਕਦਾ। ਮੰਨੇ ਮੂੰਹ ਚੋਟਾ ਨਾ ਖਾਏ। ਤੇ ਜੇ ਹਾਲੇ ਚੋਟਾ ਖਾਏ ਤਾਂ ਫਿਰ ਮੰਨੇ ਦੀ ਅਵਸਥਾ ਹਾਲੇ ਦੂਰ ਹੈ। ਮੰਨੇ ਦੀ ਅਵਸਥਾ ਤੇ ਆ ਕੇ ਉਹ ਸੋਚ ਪੱਧਰ ਤੇ ਚੋਟਾ ਨਾ ਖਾਏ, ਉਹ ਬੋਲ ਪੱਧਰ ਤੇ ਚੋਟਾ ਨਾ ਖਾਏ, ਉਹ ਕਾਰਜ ਪੱਧਰ ਤੇ ਚੋਟਾ ਨਾ ਖਾਏ। ਮੰਨੇ ਕਿਸੇ ਵੀ ਸਮੇਂ, ਕਿਸੇ ਵੀ ਪੱਧਰ ਤੇ ਮੂੰਹ ਚੋਟਾ ਨਾ ਖਾਏ। ਇੱਕ ਗੁਰੂ ਸਾਹਿਬ ਇੱਥੇ ਬੜਾ ਹੀ ਬੈਕ ਐਂਡ ਜਿਹੜਾ ਸਿਸਟਮ ਹੈ, ਵਿਧਾਨ ਹੈ, ਉਹ ਰਿਵੀਲ ਕਰ ਰਹੇ ਹੈ। ਮੰਨੇ ਜਮ ਕੇ ਸਾਥ ਨਾ ਜਾਏ। ਇਸ ਦਾ ਭਾਵ ਹੈ ਕਿ ਜਿਹੜਾ ਮੰਨੇ ਨਹੀਂ ਹੈ ਉਹ ਤੇ ਜਮ ਕੇ ਸਾਥ ਜਾਏ। ਇਸ ਦਾ ਮਤਲਬ ਜਮ ਜਿਹੜੇ ਨੇ ਉਹ ਸਿਸਟਮ ਪ੍ਰੀਵੇਲ ਕਰ ਰਿਹਾ ਹੈ। ਜਮ ਦੇ ਕੋਲ ਜਿਹੜਾ ਜਮ ਲੈਣ ਆ ਰਿਹਾ ਹੈ, ਉਸ ਦਾ ਭਾਵ ਹੈ ਕਿ ਪਹਿਲਾਂ ਹੀ ਉਸ ਦਾ ਨਿਪਟਾਰਾ ਹੋ ਚੁੱਕਿਆ ਹੈ, ਕਿ ਇਸ ਦੇ ਨੰਬਰ ਨਹੀਂ ਬਣੇ, ਇਹ ਖੇਡ ਹਾਰ ਕੇ ਜਾ ਰਿਹਾ ਹੈ। ਤੇ ਜਮਾਂ ਨੇ ਜਿਹੜੇ ਰਾਹ ਪਾਉਣਾ ਹੈ, ਉਹ ਰਾਹ ਫਿਰ ਜਨਮ ਮਰਨ ਦੇ ਗੇੜ ਹੈ। ਫਿਰ ਉਹਨੇ ਤਰਸਣਾ, ਤੜਫਣਾ, ਸਾਰੇ ਦੁੱਖ ਝੇਲਣੇ ਨੇ, ਹਰ ਜੂਨ ਨੂੰ ਭੁਗਤਣਾ। ਉਹਦਾ ਜਮਾ ਤੋਂ ਆਣ ਤੋਂ ਹੀ ਉਸਦਾ ਵਰਾ ਵੱਖਰਾ ਹੋ ਗਿਆ, ਕਿਉਂਕਿ ਉਹ ਮੰਨੇ ਤੇ ਅਪੜਿਆ ਹੀ ਨਹੀਂ। ਗੁਰੂ ਸਾਹਿਬ ਨੇ ਅੰਦਰੂਨੀ ਬੈਕ ਐਂਡ ਜਿਹੜੀ ਖੇਡ ਹੈ, ਅਧਿਆਤਮਕ ਸਾਰੀ ਖੇਡ, ਇਸ ਨੂੰ ਸਾਹਮਣੇ ਰੱਖ ਕੇ ਦਿੱਤਾ। ਮੰਨੇ ਜਮ ਕੇ ਸਾਥ ਨਾ ਜਾਏ। ਜੇ ਮੰਨੇ ਦੀ ਅਵਸਥਾ ਤੇ ਪਹੁੰਚ ਗਿਆ, ਮਨ ਨੂੰ ਹੋੜ ਲਿਆ, ਗੁਰਸਬਦੀ ਇਹ ਮਨ ਹੋੜੀਏ, ਵਿਵੇਕ ਬੁੱਧ ਦੇ ਅਨੁਸਾਰ ਆਪਣੇ ਗੁਣ ਔਗੁਣ ਦੀ ਪਛਾਣ ਕੀਤੀ, ਗੁਣਾਂ ਨੂੰ ਪ੍ਰਵੀਨ ਕੀਤਾ, ਮੂੰਹ ਚੋਟਾ ਨਾ ਖਾਏ, ਤਾਂ ਫਿਰ ਜਮ ਕੇ ਸਾਥ ਵੀ ਨਾ ਜਾਏ। ਉਸ ਦਾ ਵਿਧਾਨ ਵੱਖਰਾ ਹੋਏਗਾ। ਉਸ ਨੂੰ ਲੈਣ ਦਾ, ਲਿਜਾਣ ਦਾ ਔਰ ਰੱਖਣ ਦਾ
ਉਹ ਪੈਂਡਾ, ਉਹ ਤੌਰ, ਉਹ ਤਰੀਕੇ ਉਹ ਵੱਖਰੇ ਹੋ ਜਾਣਗੇ। ਗੁਰੂ ਸਾਹਿਬ ਨੇ ਇੱਥੇ ਬੜੀ ਅੰਦਰਲੀ ਗੱਲ ਉਹ ਸਾਡੇ ਸਾਹਮਣੇ ਲਿਆ ਕੇ ਰੱਖਦੀ। ਮੰਨੈ ਜਮ ਕੇ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ। ਉਹ ਨਾਮ ਜਿਹੜਾ ਹੈ, ਓ ਮਾਈ ਗॉड, ਤੁਸੀਂ ਤਾਂ ਸਾਰਾ ਕੁਝ ਮੇਰਾ ਸੁਣ ਲਿਆ। ਓ ਮਾਈ गॉड, ਜੋ ਮੈਂ ਸੋਚਿਆ ਤੁਹਾਨੂੰ ਤਾਂ ਪਤਾ ਲੱਗ ਰਿਹਾ। ਯੂ ਆਰ देयर। ਐਸਾ ਨਾਮ, ਜਦੋਂ ਉਸ ਅਹਿਸਾਸ ਨੂੰ, ਉਹ ਤਾਂ ਹੈ ਨਾਮ ਮਤਲਬ ਰੱਬ ਦੀ ਹੋਂਦ। ਹੋਂਦ ਤਾਂ ਹੈ, always there, vibrating, always happening। ਅਸੀਂ ਕਬੂਤਰਾਂ ਨੂੰ ਅੱਖਾਂ ਮੀਟ ਲਈਏ ਤਾਂ ਕਹੀਏ ਮੈਂ ਹੀ ਮੈਂ। ਫਿਰ ਜੋ ਮਰਜੀ ਸੋਚੀਏ, ਜੋ ਮਰਜੀ ਬੋਲੀਏ, ਜੋ ਮਰਜੀ ਕਰੀਏ। ਇਹੋ ਜਿਹੇ ਬਹੁਤ ਲੋਕ ਨੇ। ਮਾਈਨਸ ਦਾ ਅੰਤ ਨਹੀਂ, ਦੁਨੀਆ ਹੈ ਪੂਰੀ ਮਾਈਨਸ ਵਿੱਚ। ਜ਼ੀਰੋ ਬਣਨ ਦਾ ਸੁਭਾਗ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਹੈ। ਫਿਰ ਅਸੀਂ ਸੁਣਿਆ ਦੇ ਸਮੁੰਦਰ ਵਿੱਚ ਅਸੀਂ ਤਾਰੀਆਂ ਲਾਉਂਦੇ, ਤੇ ਉਹਨਾਂ ਵਿੱਚੋਂ ਕਿਸੇ ਕਿਸੇ ਨੂੰ ਸੁਭਾਗ ਪ੍ਰਾਪਤ ਹੁੰਦਾ ਹੈ ਕਿ ਮੈਂ ਗੁਰਬਾਣੀ ਆਧਾਰ ਹੈ। ਮਨ, ਉਹ ਉਸ ਦੀ ਹੋਂਦ ਦਾ ਅਹਿਸਾਸ ਜੇਕਰ ਮਨ ਕਰਕੇ ਕਰ ਲਈਏ, ਕਿ ਦੱਸਣ ਵਾਸਤੇ ਨਹੀਂ, ਸਮਝਣ ਵਾਸਤੇ ਨਹੀਂ, ਕਿ ਅਸਲ ਵਿੱਚ ਅਹਿਸਾਸ। ਪੁੱਤ ਨੂੰ, ਧੀ ਨੂੰ ਦੱਸਣ ਦੀ ਲੋੜ ਨਹੀਂ, ਉਹਨੂੰ ਸਮਝਣ ਦੀ ਲੋੜ ਨਹੀਂ ਕਿ ਮੇਰੀ ਮਾਂ ਹੈ। ਉਸ ਦੇ ਅੰਦਰ ਹਰ ਵੇਲੇ ਇਹ ਪੱਕਾ ਅਹਿਸਾਸ 24 ਘੰਟੇ ਹੈ। 8 ਪਹਿਰ ਇਉਂ ਆਰਾਧਿਆ ਜਾ ਸਕਦਾ ਹੈ ਕਿ ਉਸ ਨੂੰ 8 ਪਹਿਰ ਪਤਾ ਹੈ ਕਿ ਮੇਰੀ ਮਾਂ ਹੈ। ਉਸ ਲਈ ਉਹਨੂੰ ਕੋਈ ਵਾਜਾ ਨਹੀਂ ਚਾਹੀਦਾ, ਉਸ ਲਈ ਕੋਈ ਤਬਲਾ ਨਹੀਂ ਲੋੜ। ਉਸ ਨੂੰ ਇਹ ਅਹਿਸਾਸ ਪੱਕਾ ਹੈ ਕਿ ਇਹ ਮੇਰੀ ਮਾਂ ਹੈ, ਮੇਰੇ ਪਾਪਾ। ਇਹ ਜੋ ਅਹਿਸਾਸ ਰੱਬ ਦੇ ਪ੍ਰਤੀ, ਰੱਬ ਦੀ ਹੋਂਦ, ਜਿਸ ਨੂੰ ਗੁਰਬਾਣੀ ਨੇ ਬਾਰੰਬਾਰ ਨਾਮ ਕਿਹਾ ਹੈ। ਜਿੱਥੇ ਨਾਮ ਹੈ, ਜੇਤਾ ਕੀਤਾ ਤੇਤਾ ਨਾਉ। ਜੋ ਕੁਝ ਵੀ ਹੈ ਇਹ ਉਸ ਦਾ ਪਸਾਰਾ ਹੈ। ਜੇਤਾ ਕੀਤਾ, ਜੋ ਕੁਝ ਵੀ ਸਾਨੂੰ ਦਿਸ ਰਿਹਾ ਹੈ, ਉਸ ਦੀ ਹੋਂਦ ਤਾਂ ਹੈ, ਪਰ ਮੇਰੇ ਅੰਤःਕਰਣ, ਮੇਰੇ ਅੰਦਰ ਉਸ ਦੀ ਹੋਂਦ ਦਾ ਪੱਕਾ ਅਹਿਸਾਸ ਕਿ ਹੈ। ਤਾਂ ਜਦੋਂ ਫਿਰ ਮੈਂ ਇਕੱਲਾ ਬੈਠਦਾ, ਜਦੋਂ ਮੈਂ ਗੂਗਲ ਤੇ ਜਾਣਾ, ਜਦੋਂ ਮੈਂ ਇੰਸਟਾਗ੍ਰਾਮ ਜਾਣਾ, ਜਦੋਂ ਮੈਂ ਫੇਸਬੁੱਕ ਤੇ ਜਾਣਾ, ਜਦੋਂ ਮੈਂ YouTube ਤੇ ਜਾਣਾ, ਮੈਂ ਇਕੱਲਾ ਨਹੀਂ ਜਾਂਦਾ, ਮੇਰੇ ਨਾਲ ਉਹ ਮੇਰੇ ਨਾਲ ਜਾਂਦਾ ਹੈ। ਇਹ ਹੈ ਨਾਮ ਦਾ ਅਹਿਸਾਸ। ਐਸਾ ਨਾਮ ਨਿਰੰਜਨ ਹੋਏ। ਜਦੋਂ ਅਸੀਂ ਇਸ ਤੁਕ ਦਾ ਬੜੀ ਗੰਭੀਰ ਤੁਕ ਹੈ, ਐਸਾ ਨਾਮ ਨਿਰੰਜਨ ਹੋਏ। ਨਾਮ ਤਾਂ ਨਿਰੰਜਨ ਹੈ ਹੀ ਹੈ, ਨਾਮ ਤੇ ਅੰਜਨ ਦਾ ਕੋਈ ਪ੍ਰਭਾਵ ਨਹੀਂ ਹੈ, ਇਸੇ ਕਰਕੇ ਨਿਰੰਜਨ ਹੈ। ਜੇਕਰ ਅਸੀਂ ਨਾਮ ਦੇ ਵਿੱਚ ਖੁੱਭ ਗਏ, ਨਾਮ ਵੀ ਹੈ, ਅਸੀਂ ਵੀ ਹਾਂ। ਇਹ ਖੇਡ ਹੀ ਇਹ ਹੈ ਕਿ ਅਸੀਂ ਇਸ ਅਹਿਸਾਸ ਨੂੰ ਆਪਣੇ ਮਨ 'ਚ ਪੱਕਾ ਦ੍ਰਿੜ ਕਰ ਲਿਆ, ਪਕਾ ਲਿਆ। 8 ਪਹਿਰ ਸਾਡੇ ਅੰਦਰ ਚੱਲ ਰਿਹਾ। ਮੈਂ ਕਦੀ ਵੀ, ਅਸੀਂ ਗੱਲਾਂ ਉਹਦੇ ਨਾਲ ਕਰਨ ਲੱਗ ਜਾਂਦੇ ਆ, ਕਿਤੇ ਸਾਨੂੰ ਉਹਦਾ ਅਹਿਸਾਸ ਹੀ ਨਹੀਂ ਹੈ। ਫਿਰ ਉਸ ਦੇ ਨਾਲ ਸਾਡਾ ਮਿੱਤਰਤਾ ਹੋ ਜਾਏ, ਫਿਰ ਅਸੀਂ ਉਹਨੂੰ, ਗੁਰਬਾਣੀ ਤਾਂ ਰੱਬ ਨੂੰ ਤੂੰ ਬੋਲਦੀ ਹੈ, ਤੁਸੀਂ ਆਪ ਜੀ ਨਹੀਂ ਕਹਿੰਦੀ। ਤੂੰ ਕਰਤਾ, ਤੂੰ ਮੇਰਾ ਪਿਤਾ,
तू है मेरा माता, तू मेरा, तुसी नहीं, तू तू ਤਾਂ ਕਵਾਂਗੇ ਜੇ ਕਰਕੇ ਉਸ ਨਾਮ ਨੂੰ ਅਸੀਂ ਅੱਠੇ ਪਹਿਰ ਧਿਆਇਆ ਹੈ, ਮਾਣਿਆ ਹੈ, ਉਸ ਦੇ ਨਾਲ ਇੱਕ ਮਿਖਾਂ ਓਤ ਪੋਤ ਹਾਂ, ਫਿਰ ਤੂੰ ਕਰਤਾ ਤੂੰ ਹੋ ਜਾਈਏ। ਫਿਰ ਬਣਦਾ ਬੰਦਾ ਨਾਮ ਦੀ ਅੰਸ਼, ਨਾਮ ਦਾ ਪਰਸੋਨੀਫਿਕੇਸ਼ਨ, ਮੈਂ ਗॉड ਦੀ ਪਰਸੋਨੀਫਿਕੇਸ਼ਨ। ਪਰ ਪਹਿਲੇ ਅਸੀਂ ਉਸ ਨਾਮ ਦੇ ਅਹਿਸਾਸ ਨੂੰ ਇੰਨਾ ਮਨ ਚ ਪੱਕਾ ਕਰ ਲਈਏ, ਹਮੇਸ਼ਾ ਮੈਂ ਤੇ ਨਾਮ ਹਮੇਸ਼ਾ ਇਕੱਠੇ, ਹਰ ਪੱਧਰ ਤੇ, ਸੁੱਤਿਆਂ ਜਾਗਦਿਆਂ, ਸੋਚਦਿਆਂ ਬੋਲਦਿਆਂ ਕਰਦਿਆਂ, ਹਰ ਵੇਲੇ। ਔਰ ਉਹ ਹਰ ਚੀਜ਼ ਦਾ ਜਾਣਕਾਰ ਹੈ, ਘਟ ਘਟ ਕੇ ਅੰਤਰ ਕੀ ਜਾਣਤ। ਉਹ ਸਭ ਪਛਾਣਦਾ ਹੈ, ਭਲੇ ਬੁਰੇ ਕੀ ਪੀਰ ਪਛਾਨਤ, ਸਭ ਜਾਣਦਾ ਹੈ, ਸਭ ਪਛਾਣਦਾ ਹੈ। ਅਸੀਂ ਅੱਖਾਂ ਮੀਟ ਕੇ ਬੈਠਾਂਗੇ ਤੇ ਸਾਡਾ ਭਲਾ ਨਹੀਂ ਹੋ ਸਕਦਾ। ਐਸਾ ਨਾਮ ਨਿਰੰਜਨ ਹੋਏ, ਨਾਮ ਦੀ ਇਹ ਬਾਤ ਹੈ ਜਿਸ ਦੇ ਨਾਲ ਅਸੀਂ ਨਿਰੰਜਨ ਹੋ ਸਕਦੇ ਹਾਂ। ਕਿਉਂਕਿ ਜਦੋਂ ਅਸੀਂ, ਤਾਂ ਹੀ ਦੁੱਖ ਜਾਂਦੇ ਨੇ, ਤਾਂ ਹੀ ਪਾਪਾਂ ਦੁੱਖ ਪਾਪ ਦਾ ਨਾਸ ਕਿਵੇਂ ਹੋਏਗਾ? ਜਦੋਂ ਅਹਿਸਾਸ ਹੋਏਗਾ ਨਾਮ ਦਾ। ਫਿਰ ਤੂੰ ਹੈ ਨਾ ਭਾਈ, ਫਿਰ ਕੀ ਫਿਕਰ, ਫਿਰ ਕਿਹੜਾ ਦੁੱਖ ਹੈ? ਤੇ ਪਾਪ ਤਾਂ ਬਹੁਤ ਦੂਰ ਦੀ ਗੱਲ ਹੈ, ਪਾਪ ਬਾਰੇ ਮੈਂ ਸੋਚ ਵੀ ਨਹੀਂ ਸਕਦਾ, ਪਾਪ ਦਾ ਨਾਸ ਆਪੇ ਹੋ ਗਿਆ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਇਹ ਹੈ ਤਹਈਆ। ਜੇ ਕੋ ਇਹ ਵਿਰਲਿਆਂ ਦੀ ਗੱਲ ਹੈ। ਇਸ ਅਵਸਥਾ ਤੇ ਅਪੜਨਾ ਤੇ ਇਸ ਅਵਸਥਾ ਨੂੰ ਸਮਝਣਾ, ਇਹ ਦੋਨਾਂ, these are world apart, ਇਹ ਦੋ ਵੱਖਰੇ ਸੰਸਾਰ ਨੇ। ਵੱਡੇ ਭਾਗ ਨੇ ਜਦੋਂ ਇਸ ਅਵਸਥਾ ਦੀ ਸਾਨੂੰ ਸੋਝੀ ਹੈ। ਪਰ ਇਹ ਤਹਈਆ ਕਰਨਾ, ਜੇ ਕੋ ਉਸ ਕੋ ਵਿੱਚ ਸ਼ਾਮਲ ਹੋਣਾ, ਮਨ ਜਾਣਾ, ਤਾਂ ਇਹ ਮੁਬਾਰਕ ਮੰਨੇ ਦੀ ਅਵਸਥਾ, ਮੰਨੇ ਦੀ ਗਤ। ਗੁਰੂ ਸਾਹਿਬ ਸਾਨੂੰ ਦੱਸ, ਮੰਨੇ ਕੀ ਗਤ ਕਹੀ ਨਾ ਜਾਏ, ਪਰ ਮੰਨੇ ਦੀ ਗਤ ਗੁਰੂ ਸਾਹਿਬ ਸਾਨੂੰ ਦੱਸ ਰਹੇ ਹੈ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ न खाए, ਮੰਨੈ ਜਮ ਕੇ ਸਾਥ न जाए। ऐसा नाम निरंजन होए, जे को मन जाने मन कोए। वाहिगुरु जी का खालसा, वाहिगुरु जी की फतेह। फिर तो मन जम के साथ ना जाए, फिर मन जम के साथ ना जाए। जाना सब ने है, अंत ਨੂੰ ਸਭ ਦੇ ਪ੍ਰਾਣ ਇੱਕ ਦਿਨ ਤਿਆਗਣੇ ਹੈ, ਤੇ ਮੰਨਣੇ ਵਾਲੇ ਨੇ ਵੀ ਤਿਆਗਣੇ, ਤੇ ਮੰਨੇ ਨੇ ਵੀ ਤਿਆਗਣੇ। ਮੰਨੇ ਦਾ ਜਿਹੜਾ ਰੱਬੀ ਟ੍ਰੀਟਮੈਂਟ ਹੈ, ਉਹ ਗੁਰੂ ਸਾਹਿਬ ਰਿਵੀਲ ਕਰ ਰਿਹਾ ਹੈ ਕਿ ਉਹ ਜਮ ਦੇ ਨਾਲ ਨਹੀਂ ਜਾਂਦੇ। ਫਿਰ ਇਹ ਇੱਕ ਇਸ਼ਾਰਾ ਹੈ, ਮੰਨੇ ਜਮ ਕੇ ਸਾਥ ਨਾ ਜਾਏ। ਮਰਨ ਉਪਰੰਤ ਇਹਦਾ ਮਤਲਬ ਉਹਨਾਂ ਲਈ ਹੋਰ ਵੱਖਰਾ ਸਿਸਟਮ ਹੋਏਗਾ, ਕਿਉਂਕਿ ਉਹਨਾਂ ਨੇ ਫਿਰ ਅਕਾਲ ਪੁਰਖ ਦੇ ਚਰਨਾਂ 'ਚ, ਉਹਨਾਂ ਨੇ ਇਸ ਸਾਰੇ ਜੀਣ ਮਰਨ ਦੇ ਗੇੜ 'ਚੋਂ ਨਿਕਲਣਾ, ਤੇ ਬਾਕੀਆਂ ਨੇ ਗੇੜ 'ਚ ਪੈਣਾ, ਉਹਨਾਂ ਨੂੰ ਜਮਾ ਨਹੀਂ ਲੈਣਾ। Yeah, it was very nice. Just to confirm, Bal Budh is like childish understanding, like at that stage you don't know the difference between good and bad. Yeah, exactly, ਬਿਲਕੁਲ ਠੀਕ। ਤੇ ਪਾਣੀ 'ਚ ਪੈਰ ਰੱਖ ਦੇਣਾ, ਈਵਨ ਕੈਂਡਲ ਨੂੰ ਪਕੜ ਲੈਣਾ, ਬਿਕੋਜ਼ ਜਿਵੇਂ ਹਰ ਕੋਈ ਲਰਨ ਕਰ ਰਿਹਾ ਹੈ, this Bal Budh is in the process of learning. Okay.
Okay, thank you. Yeah. ਹਾਂਜੀ ਉਹਦਾ ਸਮਝ ਨਹੀਂ ਆ ਸੂਰਤ ਹੋਵੇ ਮਨ ਬੁੱਧ ਦਾ ਕੀ ਮਤਲਬ ਸੀਗਾ? ਸੁਰਤ ਕੀ ਹੁੰਦੀ ਹੈ ਕਿ ਮੇਰੀ ਸੂਝ, ਮੈਂ ਕੀ ਬੁਝਿਆ, ਮੇਰੀ ਜੇ ਅਸੀਂ ਕੁਝ ਸਮਝਦੇ ਹਾਂ ਦੈਟ ਮੀਨਸ ਅਸੀਂ ਸੁਰਤ ਨਾਲ ਸਮਝਦੇ ਹਾਂ। ਤੇ ਜਦੋਂ ਸਾਡੀ ਸੁਰਤ ਗੁਰਬਾਣੀ ਵਿੱਚ ਖੁੱਭ ਜਾਏ ਤਾਂ ਅਸੀਂ ਕਹੀਏ ਸੁਰਤ ਹੋਵੇ, ਤਾਂ ਦਿਸ ਵੁੱਡ ਬੀ ਇਨ ਅਦਰ ਵਰਡਸ ਟੂ ਬੀ ਸੈਡ ਕਿ ਹੋ ਗਈ, ਇਹ ਆਪਣੇ ਟਿਕਾਣੇ ਤੇ ਆ ਗਈ। ਮਨ ਕੀ ਕਰਦਾ ਹੈ? ਮਨ ਕਿਵੇਂ ਹੋਵੇਗਾ? ਮਨ ਹੋਵੇ ਕਿਵੇਂ ਹੋਏਗਾ ਕਿ ਮਨ ਹਮੇਸ਼ਾ ਬੁਰਾਈਆਂ ਲੋਚਦਾ ਹੈ। ਮਨ ਵਿਲ ਔਨ ਲੈਫਟ ਔਨ ਹਿਜ਼ ਓਨ, ਮਨ ਵਿਲ ਆਲਵੇਜ਼ ਗੋ ਕਿ ਮੈਂ ਕੁਛ ਨਾ ਕੁਛ ਉਹ ਬੁਰਾਈ ਲੱਭੇਗਾ, ਕਿ ਕਿਉਂਕਿ ਇਹ ਉਸਦਾ ਸੁਭਾਅ ਹੈ। ਤੇ ਮਨ ਲੋਚਿਆ ਬੁਰਾਈ। ਜਦੋਂ ਮਨ ਨੂੰ ਹੋੜ ਲਿਆ ਜਾਏ, ਮਨ ਨੂੰ ਇਸ ਤੋਂ ਕਾਬੂ ਕਰ ਲਿਆ ਜਾਏ ਤੇ ਮਨ ਹੋਵੇ। ਮੰਨੇ ਦੀ ਅਵਸਥਾ ਤੇ ਆ ਕੇ ਮਨ ਕਾਬੂ ਚ ਹੋ ਜਾਂਦਾ ਹੈ। ਜੇ ਮਨ ਹਲੇ ਕਾਬੂ ਚ ਨਹੀਂ ਹੈ ਤੇ ਮੰਨੇ ਦੀ ਅਵਸਥਾ ਨਹੀਂ ਹੈ। ਮੰਨੇ ਦੀ ਅਵਸਥਾ ਤੇ ਮਨ ਹੋਵੇ। ਬੁੱਧ ਹੋਵੇ ਮਤਲਬ ਕਿ ਬੁੱਧ ਨੂੰ ਚੰਗੇ ਮਾੜੇ ਦਾ ਫਰਕ ਦਾ ਪਤਾ ਲੱਗ ਜਾਂਦਾ ਹੈ। ਉਹਨੂੰ ਪਤਾ ਹੈ ਕਿ ਇਹ ਵਾਲਾ ਗੁਣ ਇਹ ਮੇਰਾ ਅਵਗੁਣ ਹੈ, ਇਹ ਮੈਨੂੰ ਖਰਾਬ ਕਰੇਗਾ, ਇਹ ਤੋਂ ਮੈਂ ਪਰੇ ਰੱਖਣਾ, ਇਹਨੂੰ ਮੈਂ ਕੰਟਰੋਲ ਕਰਨਾ। ਆ ਮੇਰਾ ਗੁਣ ਹੈ, ਇਹਨੂੰ ਮੈਂ ਹੋਰ ਤਰਾਸ਼ਾਂ, ਇਹਨੂੰ ਮੈਂ ਹੋਰ ਸਟਰੈਂਥਨ ਕਰਾਂ, ਤਾਂ ਇਹ ਬੁੱਧ ਹੋਵੇ। ਤਾਂ ਇਸ ਤਰ੍ਹਾਂ ਮੰਨੈ ਸੁਰਤ ਹੋਵੇ ਮਨ ਬੁੱਧ, ਇਹਦਾ ਮਤਲਬ ਸੁਰਤ ਵੀ ਠੀਕ ਹੋ ਗਈ, ਮਨ ਵੀ ਠੀਕ ਹੋ ਗਿਆ ਤੇ ਬੁੱਧ ਵੀ ਠੀਕ ਹੋ ਗਿਆ। ਠੀਕ ਹੈ ਬੇਟਾ? ਓਕੇ ਠੀਕ। ਮੈਨੂੰ ਲਾਸਟ ਵਾਲੀ ਤੁਕ ਦੁਬਾਰਾ ਰਿਪੀਟ ਕਰਨਾ, ਬਿਲਕੁਲ ਲਾਸਟ ਵਾਲੀ ਜਿਹੜੀ ਸੀ, ਮਨ ਜਾਣੇ ਮਨ ਕੋਏ। ਹਾਂ, ਇਹ ਜੁੜੀ ਹੋਈ ਪਹਿਲੀ ਨਾਲ, ਐਸਾ ਨਾਮ ਨਿਰੰਜਨ ਹੋਏ, ਐਸਾ ਨਾਮ ਨਿਰੰਜਨ ਹੋਏ। ਨਾਮ ਐਸਾ ਨਿਰੰਜਨ ਹੈ। ਹੁੰਦਾ ਪਤਾ ਕੀ ਹੈ ਕਿ ਨਾਮ ਹੈ ਕਿ ਨਾਮ ਉਸ ਦੀ ਹੋਂਦ, ਰੱਬ ਦੀ ਹੋਂਦ ਨਾਮ। ਉਹ ਨਾਮ ਦੀ ਹੋਂਦ ਜਿਹੜੀ ਹੈ ਉਹ ਉਸ ਦਾ ਹੋਣਾ ਆਪਣੇ ਆਪ ਚ ਇੰਨਾ ਨਿਰੰਜਨ ਕਰ ਦਿੰਦਾ। ਕਿਉਂ ਅੱਛਾ, ਕਿਉਂ ਉਸ ਦਿਨ ਵਿਚਾਰਿਆ ਸੀਗਾ, ਓ ਮਾਈ ਗॉड, ਕਿ ਮੇਰਾ ਫੋਨ ਔਨ ਰਹਿ ਗਿਆ ਤੇ ਇਹਦਾ ਮਤਲਬ ਮੈਂ ਜਿਹੜੀਆਂ ਗੱਲਾਂ ਕੀਤੀਆਂ ਸਾਰੀਆਂ ਮੇਰੇ ਬੇਟੇ ਨੇ, ਮੇਰੀ ਬੇਟੀ ਨੇ, ਮੇਰੀ ਘਰਵਾਲੀ ਨੇ, ਮੇਰੀ ਮੰਮੀ ਨੇ, ਮੇਰੇ ਡੈਡੀ ਨੇ, ਕਿਸੇ ਨੂੰ ਵੀ ਕਹਿ ਲਈਏ, ਉਹ ਸਾਰੀ ਸੁਣ ਲਈ। ਕਿੰਨਾ ਅਸੀਂ ਤਰਬਕ ਗਏ। ਉਹ ਇਹਦਾ ਮਤਲਬ ਮੇਰਾ ਫੋਨ ਤੇ ਸਪੀਕਰ ਫੋਨ ਤੇ ਰਹਿ ਗਿਆ ਮੇਰੀ ਜੇਬ ਵਿੱਚ, ਉਹ ਤਾਂ ਔਨ ਰਹਿ ਗਿਆ। ਆਹ ਵਾਲੀ ਗੱਲ ਕਿ ਰੱਬ ਹਮੇਸ਼ਾ ਸਾਡੇ ਨਾਲ, ਰੱਬ ਦਾ ਫੋਨ ਹਮੇਸ਼ਾ ਔਨ ਹੈ, ਰੱਬ ਹਮੇਸ਼ਾ ਸਾਡੇ ਨਾਲ ਸਪੀਕਰ ਫੋਨ ਤੇ ਹੈ। ਜੇ ਕੋ ਇਸ ਗੱਲ ਨੂੰ, ਇਸ ਅਹਿਸਾਸ ਨੂੰ ਜੇ ਕੋ ਮਨ ਜਾਣਾ, ਮਨ ਕੋਏ, ਮਨ ਕਰਕੇ ਜੇ ਮੰਨ ਲਵੇ ਕੋਈ, ਇਹਨੂੰ ਮਨ ਕੋਏ ਮਨ ਜਾਣਾ, ਮਨ ਕਰਕੇ ਮੰਨ ਲਵੇ ਇਸ ਗੱਲ ਨੂੰ ਕਿ ਨਾਮ ਹੈ, ਫਿਰ ਨਿਰੰਜਨ ਹੋ ਜਾਏਗਾ ਤੂੰ। ਫਿਰ ਤੇਰੇ ਤੇ ਪ੍ਰਭਾਵ ਨਹੀਂ ਪਏਗਾ, ਕਿਉਂਕਿ ਅੰਜਨ ਦਾ ਪ੍ਰਭਾਵ ਕੀ ਹੈ? ਕੁਝ ਕੰਮ ਅਸੀਂ ਕਾਮਵਸ, ਕ੍ਰੋਧਵਸ, ਲੋਭਵਸ, ਮੋਹਵਸ, ਹੰਕਾਰਵਸ ਕਰਦੇ ਹਾਂ। ਜਦੋਂ ਅਸੀਂ ਨਾਮ ਦੇ ਉਹਦੇ ਵਿੱਚ ਆ ਗਏ ਕਿ ਨਹੀਂ ਭਾਈ, ਆਈ ਹੈਵ ਟੂ ਬਿਹੇਵ। Kid going to a park with mother is a different kid. Kid going with his friend is a different kid. In the same park. ਉਹ ਜਿਹੜਾ ਅਹਿਸਾਸ ਹੈ ਕਿ ਮੇਰੀ ਮਾਂ ਮੇਰੇ ਨਾਲ ਹੈ, ਉਹ ਅਹਿਸਾਸ ਹੈ ਕਿ ਮੇਰਾ ਰੱਬ ਮੇਰੇ ਨਾਲ ਹੈ, ਉਹ ਨਿਰੰਜਨ ਕਰ ਦਿੰਦਾ ਬੰਦੇ ਨੂੰ। ਐਸਾ ਨਾਮ ਨਿਰੰਜਨ ਹੋਏ, ਪਰ ਜੇ ਕੋ ਮਨ ਜਾਣੈ ਮਨ ਕੋਇ। ਠੀਕ ਹੈ? ਬਿਲਕੁਲ ਪਰਫੈਕਟ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।